ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਆਲ ਇੰਡੀਆ ਸਿੱਖ ਫੈਡਰੇਸ਼ਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਜੀ। ਜਿੱਦਾਂ ਕਿ ਆਪ ਦੇਖ ਰਹੇ ਹੋ, ਬੈਂਕ ਅਕਾਊਂਟ ਨੰਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾਂ ਦੇ ਬੈਂਕ ਨੰਬਰ ਆਪ ਜੀ ਦੀ ਸਕਰੀਨ ਦੇ ਉੱਤੇ ਹੈ ਜੀ। ਨਵੇਂ ਦਰਬਾਰ ਹਾਲ ਦੀ ਉਸਾਰੀ ਚੱਲ ਰਹੀ ਹੈ। ਉਸ ਦੇ ਵਿੱਚ ਤਨ ਮਨ ਅਤੇ ਧਨ ਦੀ ਸੇਵਾ ਆਪ ਜੀ ਕਰ ਆਪਣਾ ਯੋਗਦਾਨ ਪਾ ਸਕਦੇ ਹੋ। ਧਨ ਦੀ ਸੇਵਾ ਲਈ ਆਪ ਜੀ ਜੋ ਸਕਰੀਨ 'ਤੇ ਨੰਬਰ ਫਲੈਸ਼ ਹੋ ਰਹੇ ਨੇ ਉਹਦੇ ਉੱਤੇ ਆਪਣੀ ਧਨ ਦੀ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆइए ਸਰਵਣ ਕਰੀਏ ਕਥਾ ਵਿਚਾਰ ਗਿਆਨੀ ਜਤਿੰਦਰਪਾਲ ਸਿੰਘ ਜੀ ਵੱਲੋਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰਹੁ ਚਲ ਕੈ, ਮੈਂ ਤਕੀ ਤਉ ਸਰਣਾਈ ਜੀਓ। ਮੈਂ ਆਸਾ ਰਖੀ ਚਿਤ ਮਹਿ, ਮੇਰਾ ਸਭ ਦੁਖ ਗਵਾਏ ਜੀਓ। ਸੋ ਕਹੁ ਡਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਦੁਆਰਾ ਆਪਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਹਾਂ। ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਨੇ ਅੰਮ੍ਰਿਤਮਈ ਗੁਰਬਾਣੀ, ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਅੱਜ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਮੁਖ ਵਾਕ ਬਖਸ਼ਿਸ਼ ਕੀਤਾ, ਜੋ ਹੁਕਮ ਬਖਸ਼ਿਆ ਹੈ, ਸਾਨੂੰ ਉਪਦੇਸ਼ ਦਿੱਤਾ ਹੈ, ਉਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੋਝੀ ਬਖਸ਼ ਕਰਕੇ ਵਿਚਾਰ ਕਰਨ ਦੀ ਬਲ ਬਖਸ਼ਿਸ਼ ਕਰਨ। ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਪਾਸ ਹਾਜ਼ਰੀਆਂ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਹੀ ਸੁਗੜ ਸੋ ਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਇਹ ਪਾਵਨ ਸ਼ਬਦ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਧਨਾਸਰੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ ਆਰੰਭ ਅੰਦਰ ਗੁਰਦੇਵ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੁਗੜ ਸੁਜਾਨੀ, ਸ੍ਰਿਸ਼ਟ ਘਾੜਤਾਂ ਦੇ ਘੜਨ ਵਾਲਾ ਕਥਨ ਕੀਤਾ ਹੈ।
ਇਸ ਮਨੁੱਖ ਦੇ ਸਰੀਰ ਦੀ ਘਾੜਤ ਦੇ ਕੜਨ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਨੇ ਮਨੁੱਖ ਨੂੰ ਇਹ ਸਰੀਰ ਤੇ ਮਨ ਦਿੱਤਾ ਹੈ, ਤੇ ਧਨ ਵੀ ਉਸ ਪਰਮਾਤਮਾ ਨੇ, ਵਾਹਿਗੁਰੂ ਨੇ ਜੀਵ ਨੂੰ ਬਖਸ਼ਿਸ਼ ਕੀਤਾ ਹੈ। ਪਰਮਾਤਮਾ ਨੇ ਮਨੁੱਖ ਨੂੰ ਇਹ ਸੁੰਦਰ ਤਨ ਦਿੱਤਾ ਹੈ, ਇਹ ਉਸ ਪਰਮਾਤਮਾ ਦੀ ਕਿਰਪਾ ਹੈ। ਤਨ ਧਨ ਪ੍ਰਭ ਕਾ, ਪ੍ਰਭ ਕੀ ਜਿੰਦ। ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾਤਾ ਪਿਤਾ ਦੇ ਸੰਬੰਧ ਦੁਆਰਾ ਮਾਤਾ ਦਾ ਖੂਨ ਤੇ ਪਿਤਾ ਦਾ ਮੈਲਾ ਪਾਣੀ, ਇਸ ਮਾਤਾ ਦੀ ਰਕਤ ਤੇ ਪਿਤਾ ਦੀ ਬਿੰਦ ਧਾਤੂ ਤੋਂ ਇਤਨਾ ਸੁੰਦਰ ਸਰੀਰ ਮਨੁੱਖ ਦਾ ਬਣਾ ਦਿੱਤਾ। ਗੁਰਦੇਵ ਦਾ ਫਰਮਾਨ ਹੈ, ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਇਸ ਸਰੀਰ ਦੀ ਰਚਨਾ, ਬੱਚੇ ਦਾ ਵਜੂਦ ਸਭ ਤੋਂ ਪਹਿਲਾਂ ਵਾਹਿਗੁਰੂ ਨੇ ਮਾਤਾ ਦੇ ਉਦਰ ਦੇ ਵਿੱਚ ਬਣਾਇਆ। ਇਸ ਵਜੂਦ ਦੇ ਵਿੱਚ ਵਾਹਿਗੁਰੂ ਨੇ ਜੀਵਨ ਕਲਾ ਪਾ ਦਿੱਤੀ। ਫਿਰ ਉੱਥੇ ਉਦਰ ਦੇ ਵਿੱਚ ਹੀ ਮਾਂ ਦੇ ਖਾਧੇ ਹੋਏ ਭੋਜਨ ਦੀ ਨਾੜੂਏ ਰਾਹੀਂ ਇਸ ਬੱਚੇ ਨੂੰ ਖੁਰਾਕ ਦਿੱਤੀ। ਜਨਮ ਦੇ ਤੁਰੰਤ ਜਨਮੇ ਬੱਚੇ ਨੂੰ ਪਰਮੇਸ਼ਰ ਨੇ ਮਾਤਾ ਦੇ ਦੁੱਧ ਦੀ ਖੁਰਾਕ ਤੇ ਇਸ ਦੀ ਸੰਭਾਲ ਲਈ, ਬਸਤਰ ਪਹਿਨਾਉਣ ਲਈ ਮਾਤਾ ਪਿਤਾ ਦਿੱਤੇ ਹਨ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਇਹ ਸਰੀਰ ਵਾਹਿਗੁਰੂ ਨੇ ਬਣਾਇਆ ਹੈ। ਸਰੀਰ ਵੀ ਕਿਤਨਾ ਸੁੰਦਰ ਅਤੇ ਹਰ ਇੱਕ ਮਨੁੱਖ ਦਾ ਰੂਪ ਰੰਗ ਵੱਖ ਵੱਖ ਬਣਾ ਦਿੱਤਾ। ਮੇਰੇ ਪ੍ਰਭ ਸਾਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਆਪੇ ਫਰਕ ਕਰੇ ਵੇਖ ਵਿਗਸੇ, ਸਭ ਰਸ ਦੇਹੀ ਮਾਹੇ। ਇਸ ਸੁੰਦਰ ਸਰੀਰ ਵਿੱਚ ਵਾਹਿਗੁਰੂ ਨੇ ਮਨ ਬਣਾਇਆ ਹੈ। ਮਨ ਦਾ ਭਾਵ ਹੈ ਸਾਰੀਆਂ ਦਿਮਾਗੀ ਤਾਕਤਾਂ, ਗਿਆਨ ਸ਼ਕਤੀਆਂ। ਜਿਸ ਸਰੀਰ ਦੇ ਅੰਦਰ ਦਿਮਾਗੀ ਤਾਕਤਾਂ ਤੇ ਗਿਆਨ ਸ਼ਕਤੀਆਂ ਨਹੀਂ ਹਨ, ਉਸ ਮਨੁੱਖ ਨੂੰ ਪਾਗਲ ਕਿਹਾ ਜਾ ਸਕਦਾ ਹੈ, ਕਿਉਂਕਿ ਮਨ ਅਸਲ ਵਿੱਚ ਪਰਮਾਤਮਾ ਅਤੇ ਇੰਦਰੀਆਂ ਦੇ ਵਿਚਕਾਰ ਇੱਕ ਚੇਤਨ ਸੱਤਾ ਦਾ ਨਾਮ ਹੈ। ਇਸ ਦੇ ਸਮੁਦਾਇ ਹੀ ਅਸੀਂ ਸੰਕਲਪ, ਵਿਕਲਪ, ਸਮਝ, ਸਿਆਣਪ, ਇੱਛਾ, ਵਿਚਾਰ ਆਦਿ ਕਹਿੰਦੇ ਹਨ। ਇਹ ਸਾਰੇ ਮਨ ਦੇ ਵਿੱਚ ਆ ਜਾਂਦੇ ਹਨ। ਇਸ ਮਨ ਤੋਂ ਬਿਨਾਂ ਸਰੀਰ ਕਿਸੇ ਕੰਮ ਦਾ ਨਹੀਂ ਤੇ ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਇਸੇ ਕਰਕੇ ਗੁਰਦੇਵ ਨੇ ਇਸ ਮਨ ਨੂੰ ਰਤਨ, ਜਵਾਹਰ, ਮਾਣਿਕ ਇਹਨਾਂ ਨਾਲੋਂ ਵੀ ਅਮੋਲ ਕਹਿ ਦਿੱਤਾ। ਇਹ ਮਨ ਰਤਨ ਜਵਾਹਰ ਮਾਣਿਕ, ਤਿਸ ਕਾ ਮੋਲ ਅਪਾਰਾ। ਇਸੇ ਰੂਪ ਵਿੱਚ ਹੀ ਮਨ ਨੂੰ ਗੁਰਦੇਵ ਨੇ ਜੋਤ ਸਰੂਪ ਦੱਸਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਲਈ ਜਿਸ ਵਾਹਿਗੁਰੂ ਨੇ ਸਰੀਰ ਪੈਦਾ ਕੀਤਾ ਹੈ, ਮਨ ਵੀ ਉਸੇ ਦਾ ਹੀ ਹੈ।
ਜਿਸ ਪਰਮਾਤਮਾ ਨੇ ਮਨੁੱਖ ਨੂੰ ਸੁੰਦਰ ਸਰੀਰ ਦਿੱਤਾ ਹੈ, ਉਸੇ ਪਰਮਾਤਮਾ ਅਕਾਲ ਪੁਰਖ ਨੇ ਹੀ ਜੀਵ ਨੂੰ ਮਨ ਦਿੱਤਾ ਹੈ। ਮਨ ਵੀ ਉਸ ਪਰਮਾਤਮਾ ਦੀ ਦੇਣ ਹੈ, ਉਸੇ ਪਰਮਾਤਮਾ ਦੀ ਕਿਰਪਾ ਹੈ ਜਿਸ ਨੇ ਇਹ ਸੁੰਦਰ ਸਰੀਰ ਦਿੱਤਾ ਹੈ। ਮਨੁੱਖ ਵੱਡਾ ਹੋ ਕੇ ਦੁਨਿਆਵੀ ਧਨ ਦੀ ਇਕੱਤਰਤਾ ਲਈ ਕੋਈ ਵੀ ਕਾਰਜ ਆਰੰਭ ਕਰਦਾ ਹੈ ਤੇ ਉਸ ਕਾਰਜ ਦੀ ਸਫਲਤਾ ਲਈ ਗੁਰੂ ਪਰਮੇਸ਼ਰ ਦਾ ਆਸਰਾ ਲੈਂਦਾ ਹੈ ਕਿ ਹੇ ਪ੍ਰਭੂ, ਇਸ ਕਾਰਜ ਵਿੱਚੋਂ ਮੈਨੂੰ ਸਫਲਤਾ ਪ੍ਰਾਪਤ ਹੋਵੇ। ਤੇ ਉਸ ਦੀ ਸਫਲਤਾ ਦਾ ਕਾਰਨ ਵਾਲਾ ਵੀ ਪਰਮਾਤਮਾ ਹੈ। ਉਸ ਨੂੰ ਸਫਲਤਾ ਕਰਾਉਣ ਵਾਲਾ ਵੀ ਪਰਮਾਤਮਾ ਹੈ, ਕਿਉਂਕਿ ਪ੍ਰੇਮ ਨਾਲ ਜੋ ਮਨੁੱਖ ਪ੍ਰਭੂ ਦਾ ਆਸਰਾ ਲੈ ਕਰਕੇ ਕੰਮ ਕਰਦਾ ਹੈ, ਉਸ ਕਾਰਜ ਦੀ ਸਫਲਤਾ ਹੋਣ ਤੇ ਧਨ ਪਾ ਕੇ ਮਨੁੱਖ ਮਾਲੋ ਮਾਲ ਹੋ ਜਾਂਦਾ ਹੈ। ਗੁਰਦੇਵ ਦਾ ਕਥਨ ਹੈ, ਭਉ ਕਰਮ ਕਰ ਜਮਸੀ, ਜੇ ਘਰ ਭਾਗਠ ਦੇਖ। ਇਸ ਲਈ ਇਸ ਮਨੁੱਖ ਨੂੰ ਤਨ ਮਨ ਅਤੇ ਧਨ ਸਭ ਕੁਝ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਪਰ ਅਫਸੋਸ, ਅਗਿਆਨਤਾ ਕਾਰਨ ਮਨੁੱਖ ਇਹ ਸਭ ਕੁਝ ਆਪਣਾ ਮੰਨੀ ਬੈਠਾ ਹੈ, ਜਦ ਕਿ ਇਸ ਦਾ ਆਪਣਾ ਕੁਝ ਵੀ ਨਹੀਂ ਹੈ। ਇਸ ਨੂੰ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ। ਭਗਤ ਕਬੀਰ ਜੀ ਦਾ ਸੁੰਦਰ ਫਰਮਾਨ ਹੈ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਾ ਸੌਪਤੇ, ਕਿਆ ਲਾਗੇ ਮੇਰਾ। ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਦਾ ਵੀ ਫਰਮਾਨ ਹੈ ਕਿ ਮਨੁੱਖ ਤਨ ਮਨ ਅਤੇ ਧਨ ਸਭ ਕੁਝ ਗੁਰੂ ਨੂੰ ਅਰਪਣ ਕਰਕੇ ਗੁਰੂ ਦੇ ਹੁਕਮ ਮੰਨਣ ਵਿੱਚ ਆਪਣੇ ਆਪ ਨੂੰ ਢਾਲ ਕੇ ਹੀ ਜੀਵਨ ਦੀ ਸਫਲਤਾ ਸਮਝਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕਾ, ਹੁਕਮ ਮੰਨਿਐ ਪਾਈਐ। ਤਨ ਧਨ ਤੇਰਾ ਤੂੰ ਪ੍ਰਭ ਮੇਰਾ, ਹਮਰੇ ਵਸ ਕਿਛ ਨਾਹੀ। ਇਹ ਜਿਹੜਾ ਤਨ ਹੈ, ਮਨ ਹੈ, ਇਹ ਉਸ ਪਰਮਾਤਮਾ ਅਕਾਲ ਪੁਰਖ ਦਾ ਹੈ। ਇਸ ਲਈ ਸਤਿਗੁਰੂ ਜੀ ਸਾਨੂੰ ਦੱਸਣਾ ਕਰਦੇ ਹਨ ਕਿ ਹੇ ਜੀਵ, ਤੂੰ ਅਗਿਆਨ ਦੇ ਅੰਧੇਰੇ ਦੇ ਵਿੱਚੋਂ ਬਾਹਰ ਆ ਤੇ ਅਗਿਆਨ ਦੇ ਅੰਧੇਰੇ ਤੋਂ ਮੁਕਤ ਹੋ ਕੇ ਹੀ ਤੈਨੂੰ ਸੋਝੀ ਮਿਲ ਸਕਦੀ ਹੈ ਕਿ ਇਹ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਲੇਕਿਨ ਜੀਵ ਅਗਿਆਨ ਦੇ ਵਿੱਚ ਫਸਿਆ ਹੋਇਆ, ਮਾਇਆ ਦੇ ਮੋਹ ਲਾਲਚ ਦੇ ਵਿੱਚ ਫਸਿਆ ਹੋਇਆ ਇਹ ਗੱਲ ਭੁੱਲ ਗਿਆ ਹੈ ਕਿ ਇਹ ਜਿਹੜਾ ਤਨ ਤੇ ਮਨ ਤੇ ਧਨ ਹੈ, ਇਹ ਪਰਮੇਸ਼ਰ ਨੇ ਦਿੱਤਾ ਹੈ। ਜੀਵ ਧਨ ਨੂੰ ਪ੍ਰਾਪਤ ਕਰਕੇ, ਸੁੰਦਰ ਤਨ ਨੂੰ ਪ੍ਰਾਪਤ ਕਰਕੇ ਹੰਕਾਰ ਦੇ ਵਿੱਚ ਡੁੱਬਿਆ ਫਿਰਦਾ ਹੈ ਕਿ ਮੇਰੇ ਜਿਤਨਾ ਸੁੰਦਰ ਕੋਈ ਨਹੀਂ ਤੇ ਮੇਰੇ ਜਿਤਨਾ ਧਨਵਾਨ ਕੋਈ ਨਹੀਂ, ਮੇਰੇ ਜਿਤਨਾ ਸਿਆਣਾ ਕੋਈ ਨਹੀਂ। ਮਨੁੱਖ ਇਸ ਭਰਮ ਦੇ ਵਿੱਚ ਫਿਰਦਾ ਹੋਇਆ, ਇਸ ਭਰਮ ਦੇ ਵਿੱਚ ਫਸਿਆ ਹੋਇਆ ਭੁੱਲਾ ਪਰਮੇਸ਼ਰ ਨੂੰ ਭੁੱਲ ਗਿਆ ਹੈ। ਪਰਮੇਸ਼ਰ ਅਕਾਲ ਪੁਰਖ ਦਾ ਸ਼ੁਕਰਾਨਾ ਨਹੀਂ ਕਰਦਾ ਤੇ ਉਹ ਇਸ ਭਰਮ ਦੇ ਵਿੱਚ ਫਸਿਆ ਹੋਇਆ ਭੁਲੇਖੇ ਦੇ ਵਿੱਚ ਪੈ ਕਰਕੇ ਦੁੱਖ ਭੋਗ ਰਿਹਾ ਹੈ। ਸਤਿਗੁਰੂ ਜੀ ਪੰਚਮ ਪਾਤਸ਼ਾਹ ਜੀਵ ਨੂੰ ਸੋਝੀ ਬਖਸ਼ਿਸ਼ ਕਰਦੇ ਹਨ, ਜੋ ਅੱਜ ਸਤਿਗੁਰਾਂ ਨੇ ਸਾਨੂੰ ਹੁਕਮ ਰਾਹੀਂ ਵੀ ਦੱਸਣਾ ਕੀਤਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਹੀ ਸੁਗੜ ਸੁਜਾਨੀ। ਹੇ ਭਾਈ, ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ,
ਇਹ ਸਾਰਾ ਧਨ ਪਦਾਰਥ ਵੀ ਉਸੇ ਦਾ ਦਿੱਤਾ ਹੋਇਆ ਹੈ। ਉਹੀ ਸੁਚੱਜਾ ਤੇ ਸਿਆਣਾ ਹੈ। ਉਹ ਪਰਮਾਤਮਾ ਅਕਾਲ ਪੁਰਖ ਸਮਰੱਥ ਹੈ, ਜਿਸ ਨੇ ਤੈਨੂੰ ਇਹ ਸਰੀਰ, ਮਨ ਤੇ ਧਨ ਦਿੱਤਾ ਹੈ। ਤਾਂ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਜਿਸ ਪਰਮਾਤਮਾ ਨੇ ਇਹ ਸੁੰਦਰ ਸਰੀਰ ਤੇ ਮਨ ਤੇ ਧਨ ਦਿੱਤਾ ਹੈ, ਉਹੀ ਪਰਮਾਤਮਾ ਅਸਾਂ ਜੀਵਾਂ ਦਾ ਦੁੱਖ ਸੁਖ ਸਦਾ ਉਸ ਪਰਮਾਤਮਾ ਨੇ ਹੀ ਸੁਣਿਆ ਹੈ। ਜਦੋਂ ਉਹ ਸਾਡੀ ਅਰਦਾਸ ਅਰਜ਼ੋਈ ਸੁਣਦਾ ਹੈ, ਤਦੋਂ ਸਾਡੀ ਹਾਲਤ ਚੰਗੀ ਬਣ ਜਾਂਦੀ ਹੈ। ਜੀ ਕੀ ਏਕੈ ਹੀ ਪਹਿਮਾਨੀ। ਹੇ ਭਾਈ, ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। ਉਹ ਪਰਮਾਤਮਾ ਦੇ ਕੋਲ ਹੀ ਜੀਵ ਦੀ ਪੁਕਾਰ ਜਿਹੜੀ ਹੈ, ਉਹ ਪਰਮਾਤਮਾ ਅਕਾਲ ਪੁਰਖ ਹੀ ਸੁਣਦਾ ਹੈ ਤੇ ਮੰਨਦਾ ਵੀ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਪਰਮਾਤਮਾ ਦੇ ਆਸਰੇ ਤੋਂ ਬਿਨਾਂ ਲੋਕ ਹੋਰ ਬਥੇਰੇ ਯਤਨ ਕਰਕੇ ਥੱਕ ਜਾਂਦੇ ਹਨ। ਉਹਨਾਂ ਯਤਨਾਂ ਦਾ ਮੁੱਲ ਇੱਕ ਤਿਲ ਜਿਤਨਾ ਵੀ ਨਹੀਂ ਸਮਝਿਆ ਜਾਂਦਾ। ਅੱਗੇ ਸਤਿਗੁਰੂ ਜੀ ਰਹਾਉ ਦਾ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਹੇ ਭਾਈ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਨਾਮ ਇੱਕ ਐਸਾ ਹੀਰਾ ਹੈ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ ਮੰਤਰ ਜਿਸ ਮਨੁੱਖ ਨੂੰ ਦੇ ਦਿੱਤਾ, ਉਸ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਜਿਸ ਨੂੰ ਹੋ ਗਈ, ਜਿਸ ਨਾਮ ਦਾ ਕੋਈ ਮੁੱਲ ਨਹੀਂ, ਉਹ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ, ਅਰਦਾਸ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ, ਕਿਤਨੇ ਵੀ ਯਤਨ ਜੀਵ ਕਰ ਲਏ, ਗੁਰੂ ਦੀ ਕਿਰਪਾ ਤੋਂ ਬਿਨਾਂ ਉਹ ਅਮੁੱਲਕ ਰਤਨ ਜਿਹੜਾ ਹੈ, ਨਾਮ ਰੂਪੀ ਰਤਨ ਜਿਹੜਾ ਹੈ, ਉਹ ਪ੍ਰਾਪਤ ਨਹੀਂ ਹੋ ਸਕਦਾ। ਉਹ ਜਿਹੜਾ ਨਾਮ ਰੂਪੀ ਧਨ ਹੈ, ਉਹ ਕੇਵਲ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਤੇ ਗੁਰੂ ਕਿਰਪਾ ਤਦ ਹੀ ਕਰਦਾ ਹੈ ਜਦੋਂ ਅਸੀਂ ਗੁਰੂ ਦੇ ਅੱਗੇ ਨਿਮਾਣੇ ਹੋ ਕਰਕੇ ਡਿੱਗ ਜਾਂਦੇ ਹਾਂ ਕਿ ਹੇ ਪਰਮਾਤਮਾ, ਤੇਰੇ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ। ਆਪ ਜੀ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੋ। ਜਦੋਂ ਨਿਮਾਣੇ ਤੇ ਨਿਤਾਣੇ ਹੋ ਕਰਕੇ ਨਿਮਰਤਾ ਸਹਿਤ ਸਤਿਗੁਰੂ ਦੇ ਹਜ਼ੂਰ ਅਰਦਾਸ ਕਰਦੇ ਹਾਂ, ਤੇ ਫਿਰ ਉਹ ਵੱਡਮੁੱਲਾ ਰਤਨ ਜਿਹੜਾ ਹੈ, ਉਹ ਗੁਰੂ ਕਿਰਪਾ ਕਰਕੇ ਸਾਨੂੰ ਜੀਵਾਂ ਨੂੰ ਬਖਸ਼ਿਸ਼ ਕਰਦਾ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਤੇ ਗੁਰੂ ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਉਹ ਮੰਤਰ, ਉਹ ਨਾਮ ਰੂਪੀ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਫਿਰ ਉਹ ਜੀਵ ਕਦੇ ਵੀ ਡਿੱਗੈ ਨਾ ਡੋਲੈ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਉਹ ਮਨੁੱਖ ਫਿਰ ਵਿਕਾਰਾਂ ਦੇ ਵਿੱਚ ਡਿੱਗਦਾ ਨਹੀਂ, ਡੋਲਦਾ ਨਹੀਂ। ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ। ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ। ਭਾਵ ਕਿ ਜਦੋਂ ਪਰਮਾਤਮਾ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਉਹ ਵੱਡਮੁੱਲਾ ਰਤਨ ਜੀਵ ਨੂੰ ਜਦੋਂ ਗੁਰੂ ਕਿਰਪਾ ਕਰਕੇ ਦੇ ਦਿੰਦਾ ਹੈ, ਜਦੋਂ ਜੀਵ ਨੂੰ ਵੱਡਮੁੱਲਾ ਰਤਨ ਪ੍ਰਾਪਤ ਹੋ ਜਾਂਦਾ ਹੈ, ਤੇ ਫਿਰ ਵਿਸ਼ੇ ਵਿਕਾਰਾਂ ਤੋਂ ਜੀਵ ਮੁਕਤ ਹੋ ਜਾਂਦਾ ਹੈ। ਤੇ ਉਸ ਦੀਆਂ ਜਿਹੜੀਆਂ ਭਾਵਨਾ ਹਨ, ਇਹ ਸੰਸਾਰਿਕ ਪਦਾਰਥਾਂ ਦੇ ਵਿੱਚ ਨਹੀਂ ਆਉਂਦੀਆਂ। ਉਸ ਦੀ ਭਾਵਨਾ ਦੇ ਵਿੱਚ ਸੰਸਾਰਿਕ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਲੀ ਇੱਛਾ ਜਿਹੜੀ ਹੈ, ਉਹ ਖਤਮ ਹੋ ਜਾਂਦੀ ਹੈ। ਜਦੋਂ ਗੁਰੂ ਕਿਰਪਾ ਕਰ ਦਿੰਦਾ ਹੈ, ਫਿਰ ਜੀਵ ਦੀ ਇੱਛਾ ਇਹੀ ਹੁੰਦੀ ਹੈ ਕਿ ਮੈਨੂੰ ਪਰਮਾਤਮਾ ਹਮੇਸ਼ਾ ਆਪਣੇ ਨਾਮ ਦੇ ਵਿੱਚ ਜੋੜ ਕੇ ਰੱਖੀ, ਤੇ ਮੈਨੂੰ
ਆਪਦੇ ਨਾਮ ਰੂਪੀ ਰਤਨ ਦੀ ਦਾਤ ਬਖਸ਼ਿਸ਼ ਕਰੀ ਤੇ ਮੈਨੂੰ ਦੁਨਿਆਵੀ ਵਿਕਾਰਾਂ ਤੋਂ, ਵਿਸ਼ਿਆਂ ਤੋਂ ਬਚਾ ਕੇ, ਦੁਨਿਆਵੀ ਪਦਾਰਥਾਂ ਤੋਂ ਬਚਾ ਕੇ ਆਪਣੇ ਚਰਨਾਂ ਦੇ ਨਾਲ ਸਦਾ ਸੁਖ ਦੇਣ ਵਾਲੇ ਆਨੰਦ ਦੇ ਨਾਲ, ਸਿਮਰਨ ਦੇ ਨਾਲ ਜੋੜ ਕੇ ਰੱਖੀ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਤੇ ਉਹਦੀ ਜਿਹੜੀ ਤ੍ਰਿਸ਼ਨਾ ਹੈ ਉਹ ਮਿਟ ਜਾਂਦੀ ਹੈ ਤੇ ਉਸ ਨੂੰ ਪੂਰਨ ਸੰਤੋਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬਿਲਾਨੀ। ਹੇ ਭਾਈ, ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ ਉਹਨਾਂ ਮੇਰ ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿੱਚ ਬੜੇ ਪ੍ਰਬਲ ਹਨ, ਜਿਨ੍ਹਾਂ ਦੇ ਉੱਤੇ ਉਸ ਪਰਮਾਤਮਾ ਨੇ ਕਿਰਪਾ ਕਰਕੇ ਉਸ ਪਰਮਾਤਮਾ ਦੇ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਫਿਰ ਉਹਨਾਂ ਦੇ ਅੰਦਰੋਂ ਲੋਭ, ਲਾਲਚ, ਚੁਗਲੀ, ਨਿੰਦਿਆ, ਵਿਸ਼ੇ ਵਿਕਾਰ, ਮੇਰ ਤੇਰ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਹਨਾਂ ਨੂੰ ਫਿਰ ਹਰ ਇੱਕ ਦੇ ਵਿੱਚੋਂ ਪਰਮਾਤਮਾ ਦਾ ਰੂਪ ਹੀ ਨਜ਼ਰ ਆਉਂਦਾ ਹੈ ਤੇ ਉਹ ਪਰਮਾਤਮਾ ਨੂੰ ਹੀ ਹਰ ਪਾਸੇ ਦੇਖਦੇ ਹਨ। ਜੀਵ ਜੰਤੂ, ਵਨਸਪਤੀਆਂ, ਜਿਤਨੇ ਵੀ ਸੰਸਾਰ ਦੇ ਵਿੱਚ ਪਦਾਰਥ ਹਨ, ਉਹਨਾਂ ਨੂੰ ਸਭਨਾਂ ਦੇ ਵਿੱਚ ਪਰਮਾਤਮਾ ਦਾ ਰੂਪ ਹੀ ਨਜ਼ਰ ਆਉਂਦਾ ਹੈ ਤੇ ਉਹ ਪਰਮਾਤਮਾ ਦੇ ਸਿਮਰਨ ਦੇ ਵਿੱਚ ਹੀ ਹਮੇਸ਼ਾ ਜੁੜੇ ਰਹਿੰਦੇ ਹਨ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬਿਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੀ ਕਨਕ ਵਖਾਨੀ। ਉਹ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿਸਦਾ ਹੈ ਜਿਵੇਂ ਅਨੇਕ ਗਹਿਣੇ ਮਿਲ ਕੇ ਗਾਲੇ ਜਾਣ ਤੇ ਉਸ ਦੀ ਇੱਕ ਢੇਲੀ ਬਣ ਜਾਂਦੀ ਹੈ। ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਉਂਦੀ ਹੈ। ਭਾਵ ਕਿ ਜਦੋਂ ਸੁਨਿਆਰਾ ਅਨੇਕ ਪ੍ਰਕਾਰ ਦੇ ਸੋਨੇ ਦੇ ਬਣੇ ਹੋਏ ਵਸਤੂਆਂ ਨੂੰ, ਗਹਿਣਿਆਂ ਨੂੰ ਅੱਗ ਦੇ ਵਿੱਚ ਢਾਲ ਕਰਕੇ ਉਸ ਨੂੰ ਪਿਘਲਾ ਦਿੰਦਾ ਹੈ ਤੇ ਉਹ ਇੱਕ ਸੋਨੇ ਦੀ ਡਲੀ ਬਣ ਜਾਂਦੀ ਹੈ ਤੇ ਉਸ ਦੇ ਵਿੱਚੋਂ ਉਹ ਗਹਿਣਿਆਂ ਦੇ ਨਾਮ ਜਿਹੜੇ ਹਨ ਮਿਟ ਜਾਂਦੇ ਹਨ ਤੇ ਕੇਵਲ ਉਹ ਸੋਨਾ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਜੀਵਾਂ ਦਾ ਉਹ ਜਦੋਂ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਜਾਂਦੇ ਹਨ, ਸਤਿਗੁਰੂ ਜੀ ਕਿਰਪਾ ਕਰਕੇ ਉਸ ਨੂੰ ਆਪਣਿਆਂ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਤੇ ਉਸ ਜੀਵ ਨੂੰ, ਉਸ ਸੰਤ ਮਹਾਂਪੁਰਖ ਨੂੰ, ਉਸ ਪਰਮਾਤਮਾ ਦੇ ਭਗਤਾਂ ਨੂੰ ਸਾਰੀ ਸ੍ਰਿਸ਼ਟੀ ਜਿਹੜੀ ਹੈ ਰੱਬ ਦਾ ਰੂਪ ਹੀ ਨਜ਼ਰ ਆਉਂਦੀ ਹੈ। ਉਸ ਦੇ ਵਿੱਚੋਂ ਜਾਤ ਪਾਤਾਂ ਦਾ ਜਿਹੜਾ ਭੇਦ ਹੈ, ਵਿਸ਼ੇ ਵਿਕਾਰ ਜਿਹੜੇ ਹਨ, ਮੇਰ ਤੇਰ ਜਿਹੜੀ ਹੈ, ਇਹ ਸਭ ਮਿਟ ਜਾਂਦੀ ਹੈ ਤੇ ਉਸ ਨੂੰ ਕੇਵਲ ਤੇ ਕੇਵਲ ਪਰਮਾਤਮਾ ਦਾ ਰੂਪ ਹੀ ਨਜ਼ਰ ਆਉਂਦਾ ਹੈ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਨਕ ਵਖਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਹੇ ਭਾਈ, ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਤੇ ਆਨੰਦ ਪੈਦਾ ਹੋ ਜਾਂਦਾ ਹੈ। ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ। ਉਸ ਦੇ ਹਿਰਦੇ ਦੇ ਵਿੱਚ ਸਿਫਤ ਸਲਾਹ ਦੀ ਬਾਣੀ ਦੇ ਮਾਨੋ ਇੱਕ ਰਸ ਵਾਜੇ ਵੱਜਦੇ ਰਹਿੰਦੇ ਹਨ। ਜਦੋਂ ਉਹ ਗੁਰੂ ਕਿਰਪਾ ਕਰ ਦਿੰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਜਦੋਂ ਪਰਮਾਤਮਾ ਦੀ ਜੋਤ ਹਿਰਦੇ ਦੇ ਵਿੱਚ ਜਾਗ ਪੈਂਦੀ ਹੈ, ਜਦੋਂ ਆਤਮਾ ਜੀਵ ਦੀ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ ਤੇ ਫਿਰ ਉਸ ਦੇ ਅੰਦਰ ਆਨੰਦ ਦੀ ਪ੍ਰਾਪਤੀ ਹੋਣ ਲੱਗ ਜਾਂਦੀ ਹੈ। ਲੇਕਿਨ ਅੱਜ ਕੱਲ ਦੇ ਜੀਵ ਉਸ ਪਰਮਾਤਮਾ ਵਾਲੇ ਆਨੰਦ ਨੂੰ ਭੁੱਲ ਕਰਕੇ ਇਸ ਸੰਸਾਰਿਕ ਪਦਾਰਥਾਂ ਦੀ ਸਹੂਲਤਾਂ ਨੂੰ ਹੀ, ਸੰਸਾਰਿਕ ਪਦਾਰਥਾਂ ਦੇ ਸਾਧਨਾਂ ਨੂੰ ਹੀ ਸੁੱਖ ਸਮਝੀ ਬੈਠੇ ਹਨ। ਲੇਕਿਨ ਪਰਮਾਤਮਾ ਅਕਾਲ ਪੁਰਖ
ਜੀਵ ਨੂੰ ਸੋਝੀ ਬਖਸ਼ਿਸ਼ ਕਰਦਾ ਹੈ ਕਿ हे ਜੀਵ, ਇਹ ਜਿਤਨੇ ਸੰਸਾਰਿਕ ਸਹੂਲਤਾਂ ਹਨ, ਪਦਾਰਥ ਹਨ, ਇਹ ਕੁਝ ਸਮੇਂ ਲਈ ਸੁਖ ਦੇ ਸਕਦੀਆਂ ਹਨ, ਲੇਕਿਨ ਜਿਹੜਾ ਪਰਮਾਤਮਾ ਅਕਾਲ ਪੁਰਖ ਦਾ ਨਾਮ ਹੈ, ਉਸ ਦੇ ਵਿੱਚ ਜੁੜਨ ਦੇ ਨਾਲ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਉਸ ਦੇ ਸਿਮਰਨ ਦੇ ਨਾਲ ਜੁੜ ਕੇ ਹਮੇਸ਼ਾ ਹੀ ਸਦਾ ਵਾਸਤੇ ਸੁਖ ਪ੍ਰਾਪਤ ਹੋ ਜਾਂਦਾ ਹੈ। ਕਹੋ ਨਾਨਕ ਨਿਹਚਲ ਕਰ ਬਾਂਧਿਓ, ਗੁਰ ਕੀਓ ਬੰਧਾਨੀ। ਗੁਰੂ ਨਾਨਕ ਸਾਹਿਬ ਆਖਦਾ ਹੈ ਕਿ ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ। ਜਿਸ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਨਾਮ ਦੀ ਦਾਤ ਵਡਮੁੱਲਾ ਰਤਨ ਜਿਹੜਾ ਹੈ, ਜਿਸ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਉੱਤੇ ਸਤਿਗੁਰੂ ਕਿਰਪਾ ਕਰ ਦਿੰਦਾ ਹੈ ਤੇ ਉਹ ਇਸ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਤੇ ਜਨਮ ਮਰਨ ਦੇ ਗੇੜ ਤੋਂ ਵੀ ਮੁਕਤ ਹੋ ਜਾਂਦਾ ਹੈ। ਜਦੋਂ ਜੀਵ ਉਸ ਪਰਮੇਸ਼ਰ ਨੂੰ ਭੁੱਲ ਕੇ ਇਸ ਸੰਸਾਰ ਦੇ ਪਦਾਰਥਾਂ ਦੇ ਵਿੱਚ, ਮਾਇਆ ਦੇ ਵਿੱਚ ਫਸ ਜਾਂਦਾ ਹੈ, ਮਾਇਆ ਇਕੱਤਰ ਕਰਨ ਲੱਗ ਪੈਂਦਾ ਹੈ, ਪਾਪ ਕਰਦਾ ਹੈ ਤੇ ਉਸ ਪਰਮੇਸ਼ਰ ਨੂੰ ਭੁੱਲਣ ਦੇ ਕਾਰਨ ਜੀਵ ਦਾ ਜੀਵਨ ਜਿਹੜਾ ਹੈ ਉਹ ਸਫਲ ਨਹੀਂ ਹੋ ਪਾਉਂਦਾ। ਜੀਵ ਨੂੰ ਫਿਰ 84 ਲੱਖ ਜੂਨਾਂ ਦਾ ਭੁਗਤਣਾ ਪੈਂਦਾ ਹੈ। ਇਸ ਲਈ ਸਤਿਗੁਰੂ ਜੀ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ ਕਿ हे ਜੀਵ, ਜਿਸ ਪਰਮਾਤਮਾ ਨੇ ਤੈਨੂੰ ਤਨ, ਮਨ ਤੇ ਧਨ ਦਿੱਤਾ ਹੈ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰ ਤੇ ਉਸ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿ। ਜਿਸ ਪਰਮਾਤਮਾ ਨੇ ਤੈਨੂੰ ਇਹ ਸਭ ਵਸਤੂਆਂ ਦਿੱਤੀਆਂ ਹਨ, ਜੇ ਉਹ ਚਾਹੇ ਤੇ ਇੱਕ ਪਲ ਦੇ ਵਿੱਚੋਂ ਤੇਰੇ ਕੋਲੋਂ ਲੈ ਸਕਦਾ ਹੈ, ਤੂੰ ਕੁਝ ਵੀ ਨਹੀਂ ਕਰ ਸਕਦਾ। ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਜੇ ਪਰਮਾਤਮਾ ਨੇ ਤੈਨੂੰ ਇਹ ਦਾਤਾਂ ਬਖਸ਼ਿਸ਼ ਕੀਤੀਆਂ ਹਨ ਤੇ ਉਸ ਦਾ ਸ਼ੁਕਰਾਨਾ ਹਮੇਸ਼ਾ ਕਰਦਾ ਰਹੋ ਤੇ ਉਸ ਦੇ ਭਾਣੇ ਦੇ ਵਿੱਚ ਰਹਿ ਕਰਕੇ ਆਪਣਾ ਜੀਵਨ ਬਤੀਤ ਕਰ ਤੇ ਸਿਮਰਨ ਦੇ ਨਾਲ ਜੁੜ ਕੇ, ਉਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ, ਗੁਰੂ ਘਰ ਦੇ ਵਿੱਚ ਆ ਕਰਕੇ ਤਨ, ਮਨ, ਧਨ ਦੇ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਤੇ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰ, ਜਿਸ ਦੇ ਨਾਲ ਤੂੰ ਇਸ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ ਤੇ ਜਨਮ ਮਰਨ ਦੇ ਗੇੜ ਤੋਂ ਮਿਟ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਸ਼ਬਦ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਤੇ ਅਸੀਂ ਗੁਰੂ ਦੇ ਦਰ ਤੇ ਤਨ, ਮਨ, ਧਨ ਨਾਲ ਸੇਵਾ ਕਰਕੇ ਤੇ ਉਸ ਪਰਮਾਤਮਾ ਦੀ ਵਡਿਆਈ ਸਿਫਤ ਕਰਕੇ, ਉਸ ਦੇ ਹਰ ਜਸ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਸਕੀਏ। ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰੀਏ, हे ਪਰਮਾਤਮਾ, ਕਿਰਪਾ ਕਰਕੇ ਸਾਨੂੰ ਵਡਮੁੱਲਾ ਰਤਨ ਨਾਮ ਪਦਾਰਥ ਦੀ ਦਾਤ ਬਖਸ਼ਿਸ਼ ਕਰੋ ਤੇ ਸਾਡਾ ਜੀਵਨ ਸਫਲਾ ਹੋ ਜਾਏ। ਗੁਰਬਾਣੀ ਵਿਚਾਰ ਕਰਦੇ ਆਂ ਹੋਈਆਂ ਭੁੱਲਾਂ ਦੀ ਮਾਫੀ, ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਸ਼ੀਸ਼ ਦੇਣੀ ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੈਨਲ ਵਿੱਚ ਜੁੜੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਬੈਲ ਆਈਕਨ ਜ਼ਰੂਰ ਦਬਾਓ, ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਜੀ। ਅੱਗੇ ਵੀ ਗੁਰਮਤਿ ਵਿਚਾਰ ਸਾਂਝੇ ਹੁੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ